ਇਨਸਾਨ ਸੀ ਭਾਵੇਂ ਦੁਨੀਆ 'ਚ ਜੋ ਜੰਮੇ ਸਭ ਨੇ ਚਲੇ ਜਾਣਾ ਹੈ। ਅਜੇ ਉਹਨਾਂ ਦੀ ਜ਼ਰੂਰਤ ਸੀ। ਸਾਨੂੰ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਅਸੀਂ ਸਾਰੇ ਘਾਟਾ ਮਹਿਸੂਸ ਕਰਦੇ ਹਾਂ। ਔਰ ਨਾਭੇ ਦੇ ਵਿੱਚ ਵੀ ਇੱਕ ਮੰਨੀ ਪਰਮੰਨੀ ਨਿਰਪੱਖ ਜਿਵੇਂ ਕਹਿੰਦੇ ਇੱਕ ਸ਼ਖਸੀਅਤ ਸੀ, ਉਹਨਾਂ ਦੇ ਚਲੇ ਜਾਣ 'ਤੇ ਮੈਂ ਆਈਆਂ ਅਫਸੋਸ ਪ੍ਰਗਟ ਕਰਨ। ਸਾਡੇ ਬੱਚੇ ਇਸ ਤਰ੍ਹਾਂ ਪਰਿਵਾਰ ਪ੍ਰਗਟਾਏ ਬਹੁਤ ਭਾਰੀ ਘਾਟਾ। ਕਿਸਾਨੀ ਜਿੱਤਰੂ ਕਿਵੇਂ ਦੇਖਦੇ ਤੁਸੀਂ, ਜਿਹੜੇ ਕਿਸਾਨਾਂ ਦੀ ਸਾਲ ਦੀ ਮਿਹਨਤ ਹੈ ਜਿਹੜੀ ਉਹ ਰਾਸ ਆ ਦੇਖੋ ਇੱਥੇ ਦੋ ਤਿੰਨ ਗੱਲਾਂ ਹੈਗੀਆਂ ਇਹਦੇ 'ਤੇ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸਾਨਾਂ ਨੇ ਸ਼ਾਂਤਮਈ ਤਰੀਕੇ ਨਾਲ ਇੱਕ ਮਿਸਾਲ ਦੁਨੀਆ 'ਚ ਕਾਇਮ ਕਰਤੀ। ਕਿੰਨੇ ਧੱਕੇ, ਕਿੰਨੀਆਂ ਜਾਤੀਆਂ, ਕਿੰਨਾ ਜ਼ਬਰ ਤੇ ਜ਼ੁਲਮ ਸਹਿ ਕੇ ਗੱਡੀਆਂ ਔਰਤਾਂ 'ਤੇ ਚੜ੍ਹਾਈਆਂ ਗਈਆਂ, ਲਖੀਮਪੁਰ ਚੜ੍ਹਾਈਆਂ ਗਈਆਂ, ਕਈ ਤਰ੍ਹਾਂ ਦੇ ਉਹਨਾਂ ਦੇ ਉੱਤੇ ਹਮਲੇ ਹੋਏ। ਉਹਦੇ ਬਾਵਜੂਦ ਉਹਨਾਂ ਨੇ ਬੜਾ ਪੀਸਫੁਲ ਰਹਿ ਕੇ ਆਪਣਾ ਅੰਦੋਲਨ ਸਾਲ ਤੋਂ ਵੱਧ ਸਮਾਂ ਜਿਹੜਾ ਲਿਆਂਦਾ। ਅੱਜ ਉਸ ਦੀ ਇੱਕ ਮਹਾਨ ਜਿੱਤ ਹੋਈ ਹੈ, ਇਤਿਹਾਸਕ ਜਿੱਤ ਹੋਈ ਹੈ ਸਾਡੇ ਕਿਸਾਨ ਭਰਾਵਾਂ ਦੀ। ਮੈਂ ਕਿਸਾਨ ਭਰਾਵਾਂ ਨੂੰ ਮੁਬਾਰਕਬਾਦ ਦਿੰਦੀ ਹਾਂ। ਦੂਜੇ ਪਾਸੇ ਜਿਹੜਾ ਮੋਦੀ ਜੀ ਨੇ ਇਹ ਹੁਣ ਵਾਪਸ ਲਏ ਆ ਸਾਲ ਬਾਅਦ, ਇਹਦੇ 'ਤੇ ਬੜਾ ਮੈਨੂੰ ਅਫਸੋਸ ਹੈ ਔਰ ਸਮਝ ਨਹੀਂ ਆ ਰਹੀ ਕਿ ਮੋਦੀ ਜੀ ਨੂੰ ਸਤਾਈ ਪਿਆਰੀ ਹੈ ਇਕੱਲੀ ਕਿ 2022 ਆ ਗਈ ਅਤੇ ਜਿਸ ਤਰ੍ਹਾਂ ਇਹਨਾਂ ਦਾ ਬਿਸਤਰਾ ਗੋਲ ਕੀਤਾ ਵੈਸਟ ਬੰਗਾਲ 'ਚ ਕਿਸਾਨ ਭਰਾਵਾਂ ਦੇ ਸਮਰਥਨ ਕਰਕੇ ਇਹਨਾਂ ਦੇ ਖਿਲਾਫ ਦੂਜੀਆਂ ਪਾਰਟੀਆਂ ਨੂੰ ਇਹੀ ਡਰ ਸੀ ਇਹਨਾਂ ਨੂੰ ਕਿ ਯੂਪੀ ਦੇ ਵਿੱਚ ਸਾਡਾ ਹੀ ਕੁਝ ਹੋਣਾ ਹੈਗਾ। ਸਿਰਫ ਇੱਕ ਇਲੈਕਸ਼ਨ ਨੂੰ ਮੁੱਖ ਰੱਖਿਆ ਅਤੇ ਆਹ ਜਿਹੜਾ 700 ਭਰਾ ਸਾਡੇ ਭੈਣਾਂ ਜਿਹੜੇ ਉੱਥੇ ਮੌਤ ਦੇ ਘਾਟ ਉਤਰ ਗਏ ਹੈ, ਅੱਜ ਉਹਨਾਂ ਦੀ ਜਾਨਾਂ ਵਾਪਸ ਲਿਆ ਸਕਦੇ ਆ ਕਿ ਸੌਰੀ ਫੀਲ ਕਰਨ ਨਾਲ? ਕੀ ਇਹ ਮੈਂ ਸਮਝਦੀ ਹਾਂ ਕਿ ਇੱਕ ਪ੍ਰਾਈਮ ਮਿਨਿਸਟਰ ਲੈਵਲ ਦੇ ਉੱਤੇ ਇਸ ਤਰ੍ਹਾਂ ਦੀ ਵੱਡੀ, ਜਿਹਨੂੰ ਆਪਾਂ ਕਹੀਏ ਵੱਡੀ ਮਿਸਟੇਕ, ਇਕੱਲੀ ਮਿਸਟੇਕ ਹੀ ਨਹੀਂ ਮੈਂ ਇਸ ਨੂੰ ਕਹਿੰਦੀ, ਇਹਦਾ ਬਹੁਤ ਭਾਰੀ ਇੱਕ ਸਿਤਮ, ਜ਼ੁਲਮ ਅਤੇ ਸਿਤਮ ਵਾਲਾ ਜਿਹੜਾ ਇਹ ਕਹਿਰ ਵਰਤਾਇਆ, ਇਹ ਸਿਰਫ ਸੌਰੀ ਲਫ਼ਜ਼ ਨਾਲ ਪੂਰਾ ਨਹੀਂ ਹੋਣ ਵਾਲਾ। ਇਹ ਫੱਟ ਬਹੁਤ ਲੱਗੇ ਹੋਏ ਨੇ। ਨੰਬਰ 2, ਤੀਜੀ ਗੱਲ ਮੈਂ ਜਿਹੜੀ ਕਹਿਣਾ ਚਾਹੁੰਦੀ ਹਾਂ, ਸਾਡਾ ਤਾਂ ਜੋ ਨੁਕਸਾਨ ਹੋਇਆ ਹੀ ਹੈ। ਹਿੰਦੁਸਤਾਨ ਦਾ ਜਿਹੜਾ ਦੁਨੀਆ ਦੇ ਵਿੱਚ ਇੱਕ ਸਾਡੇ ਉੱਤੇ ਇਹਨਾਂ ਨੇ ਧੱਬਾ ਲਵਾਤਾ ਕਿ ਸਭ ਤੋਂ ਵੱਡਾ ਝੂਠ ਬੋਲਣ ਵਾਲਾ ਪ੍ਰਾਈਮ ਮਿਨਿਸਟਰ, ਇੱਕ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਕੁਰਸੀ ਨੂੰ ਦਾਗ ਲਗਵਾਤਾ ਕਿ ਐਡਾ ਝੂਠਾ ਇਨਸਾਨ ਜਿਹਦੇ 'ਤੇ ਕਿਸਾਨ ਜਥੇਬੰਦੀਆਂ ਅਜੇ ਵੀ ਸਾਰੀਆਂ 32 ਦੀਆਂ 32 ਜਥੇਬੰਦੀਆਂ ਨੂੰ ਜੇ ਕੋਈ ਭਰੋਸਾ ਨਹੀਂ ਪਾਰਲੀਮੈਂਟ 'ਚ ਆ ਜਾਊਗਾ, ਲੋਕ ਸਭਾ ਰਾਜ ਸਭਾ 'ਚ ਆ ਕੇ ਫਿਰ ਉਦੋਂ ਰਾਸ਼ਟਰਪਤੀ ਹੋਣਗੇ, ਫਿਰ ਹੋਣਾ ਹੈ ਤਾਂ ਆਪਦਾ ਇੰਨਾ ਥੱਲੇ ਲੈ ਆਏ PM ਦੇ ਇੱਕ ਲਫ਼ਜ਼ ਨੂੰ ਜਿਹੜੇ ਮੰਨੇ ਜਾਂਦੇ ਹੁੰਦੇ ਸੀਗੇ, ਉਹਦੇ ਨਾਲ ਵੀ ਸਾਡੇ ਸਿਰ ਨੀਵਾਂ ਕੀਤਾ ਸਾਰਿਆਂ ਦਾ, ਸਾਡੇ ਦੇਸ਼ ਦਾ, ਸਾਡੀ ਇਸ ਕੁਰਸੀ ਦਾ, ਇਸ ਪ੍ਰਾਈਮ ਮਿਨਿਸਟਰ ਦੀ ਦਾ। ਅਫਸੋਸ ਤਾਂ ਅਜੇ ਵੀ ਨਹੀਂ ਕੀਤਾ, ਪ੍ਰਧਾਨ ਮੰਤਰੀ ਨੇ 700-800 ਸ਼ਹੀਦ ਹੋ ਗਏ, ਅਫਸੋਸ ਤਾਂ ਕਰਨਾ ਚਾਹੀਦਾ। ਮੈਂ ਇਹੀ ਕਹਿ ਰਹੀ ਹਾਂ, ਇਹਨਾਂ ਨਾ ਪਹਿਲਾਂ ਲਖੀਮਪੁਰ ਵੇਲੇ ਮੂੰਹ ਖੋਲ੍ਹਿਆ, ਨਾ 600-700 ਵੇਲੇ ਮੂੰਹ ਖੋਲ੍ਹਿਆ, ਸਗੋਂ ਨਵੀਂ ਤੋਂ ਨਵੀਂ ਘਟਨਾ ਐ ਰਚਦੇ ਰਹੇ ਜਿਵੇਂ ਸਾਨੂੰ ਹੁੰਦਾ ਹੈ ਕਿ ਇਹਨੇ ਸਿਤਮ ਕਿੰਨਾ ਕੁ ਕਰਨਾ ਹੈ, ਸਾਡਾ ਇਮਤਿਹਾਨ ਕਿੰਨਾ ਕੁ ਲੈਣਾ ਹੈ। ਇਸ ਬਾਜੀ ਵਿੱਚ ਪਿਆ ਰਿਹਾ, ਇਸ ਬਾਜੀ 'ਚ ਪੈ ਕੇ ਜਿੰਨਾ ਨੁਕਸਾਨ ਕੀਤਾ ਹੈਗਾ, ਕਿੰਨੇ ਲੋਕਾਂ ਦੇ ਘਰ ਉਜੜਿਆ, ਕਿੰਨਾ ਨੁਕਸਾਨ ਹੋਇਆ, ਕਿੰਨਾ ਮੁਆਵਜ਼ਾ, ਕਿੰਨੇ 'ਚ ਕੇਸ ਵੀ ਨਹੀਂ ਵਾਪਸ ਲਏ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰਨ ਵਾਲੀਆਂ ਸਿਰਫ ਇਹ ਤੱਥ ਪੜੱਥਾ ਕਰਕੇ ਕਿ ਲਿਆਉਂਦਾ ਹੈ ਕਰ ਦਿਆਂਗੇ, ਅਜੇ ਵੀ ਯਕੀਨ ਨਹੀਂ। ਕਿਉਂ ਨਹੀਂ ਇਹ ਸਪੈਸ਼ਲ ਸੈਸ਼ਨ ਬੁਲਾਉਂਦੇ? ਇੱਕ ਦਿਨ ਦਾ ਲੋਕ ਸਭਾ ਅਤੇ ਰਾਜ ਸਭਾ ਦਾ ਬੁਲਾ ਕੇ ਫਟਾਫਟ ਮੋਹਰ ਲਾਉਣ। ਇਹਨਾਂ ਨੂੰ ਕਾਹਲੀ ਪਈ ਵੀ ਹੈ, ਕਿਸਾਨ ਉੱਠ ਕੇ ਵਗ ਜਾਣ ਇੱਥੋਂ। ਕਿਸਾਨ ਚੌਰ ਨਾਲ ਬੈਠੇ ਨੇ, ਬਿਠਾਇਆ ਕਿਹਨੇ ਹੈ? ਹੂ ਇਜ਼ ਰਿਸਪੋਂਸੀਬਲ ਫਾਰ ਦੈਟ? ਕਿਸਾਨਾਂ ਨੂੰ ਬਿਠਾਉਣ ਵਾਲੇ ਮੋਦੀ ਸਾਹਿਬ। ਹੁਣ ਇਹਨਾਂ ਨੂੰ ਸਾਲ ਬਾਅਦ ਜ਼ਿਆਦਾ ਆਈ ਹੈ ਗੱਲ। ਮੈਂ ਕਹਿੰਦੀ ਇਹਨਾਂ ਨੂੰ ਕੁਰਸੀ ਛੱਡ ਦੇਣੀ ਚਾਹੀਦੀ ਹੈ ਔਰ ਇਹਨਾਂ ਨੇ PM ਦੀ ਕੁਰਸੀ ਨੂੰ ਦਾਗਦਾਰ ਕੀਤਾ। ਕੈਪਟਨ ਸਾਹਿਬ ਦਾ ਬਿਆਨ ਆਇਆ ਕਿ ਮੈਂ ਪਟਿਆਲੇ ਤੋਂ ਇਲੈਕਸ਼ਨ ਲੜੂੰਗਾ, ਕਿਵੇਂ ਦੇਖਦੇ ਹੋ ਤੁਸੀਂ? ਜਿੱਥੋਂ ਮਰਜ਼ੀ ਕੋਈ ਲੜੇ, ਕੋਈ ਰੋਕ ਸਕਦਾ ਹੈਗਾ ਅਤੇ ਲੜਨੀ ਚਾਹੀਦੀ ਹੈ ਜੇ ਉਹ ਲੜਨਾ ਚਾਹੁੰਦੇ ਹੈਗੇ ਨੇ, ਲੇਕਿਨ ਆਪਣੇ ਵਾਅਦੇ ਤੋਂ ਹੀ ਫਿਰ ਰਹੇ ਨੇ। ਮੈਨੂੰ ਸਾਡਾ ਕੋਈ ਇਤਰਾਜ਼ ਨਹੀਂ ਸਾਨੂੰ, ਲੇਕਿਨ ਉਹਨਾਂ ਨੇ ਕਿਹਾ ਸੀ ਕਿ ਮੇਰੀ ਲਾਸਟ ਇਲੈਕਸ਼ਨ ਹੈ ਅਤੇ ਇੱਕ ਜਦੋਂ ਕੋਈ ਲੀਡਰ ਕਿਸੇ ਵੀ ਥਾਂ 'ਤੇ ਉੱਚ ਕੁਰਸੀ 'ਤੇ ਆ ਜਾਂਦਾ ਹੈ ਤਾਂ ਆਪਣਾ ਜਿਵੇਂ ਮੋਦੀ ਜੀ ਨੇ ਵਿਸ਼ਵਾਸ ਗਵਾਇਆ ਹੈ, ਉਹ ਵਿਸ਼ਵਾਸ ਲੋਕਾਂ ਵਿੱਚ ਰੱਖਣਾ ਇੱਕ ਲੀਡਰ ਦਾ ਬਹੁਤ ਹੀ ਜ਼ਰੂਰੀ ਹੁੰਦਾ ਹੈ। ਸਾਰੀ ਉਸ ਪ੍ਰੋਫੈਸ਼ਨ ਦੇ ਉੱਤੇ ਵੀ ਉਹ ਕਈ ਵਾਰੀ ਰਿਐਕਸ਼ਨ ਜਾਂ ਐਕਸ਼ਨ ਕਰ ਜਾਂਦਾ ਹੈ ਕਿ ਇਹ ਆਮ ਲੋਕ ਕਹਿੰਦੇ ਪੋਲੀਟੀਸ਼ੀਅਨ ਝੂਠ ਬੋਲਦੇ ਆ। ਉਹ ਇਸ ਤਰ੍ਹਾਂ ਦੀਆਂ ਕਈ ਗੱਲਾਂ ਜਿਵੇਂ ਮੋਦੀ ਜੀ ਨੇ ਕੀਤੀਆਂ ਜਾਂ ਇਹ ਕਰਦੇ ਹੈਗੇ ਨੇ, ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਸਾਰਿਆਂ ਦੇ ਉੱਤੇ ਧੱਬੇ ਲੱਗ ਜਾਂਦੇ ਨੇਗੇ। ਜੀ ਸਦਕੇ ਲੜਨ। ਪ੍ਰਗਟ ਸਿੰਘ ਕਹਿੰਦੇ ਵੀ 3.5 ਸਾਲ ਪਹਿਲਾਂ ਹੀ ਆ ਜਿਹੜੇ ਕੈਪਟਨ ਆ ਉਹ ਦੂਜੇ BJP ਨਾਲ ਮਿਲ ਚੁੱਕੇ ਸੀ, ਇਸ 'ਚ ਲੱਗਦਾ ਵੀ ਜਿਹੜਾ ਸਹੀ ਸੀ? ਦੇਖੋ ਮੈਂ ਇਸ ਤੋਂ ਵੀ ਅੱਗੇ ਪਿੱਛੇ ਜਾਣਾ ਚਾਹੁੰਦੀ ਹਾਂ। ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਯਾਦ ਹੋਊਗਾ ਕਿ ਜਦੋਂ ਅਸੈਂਬਲੀ ਪੰਜਾਬ ਦੇ ਵਿੱਚ ਸਾਡੀ ਹੋਈ ਹੈਗੀ ਸੀ ਇਲੈਕਸ਼ਨ ਔਰ ਇਹਨਾਂ ਨੇ ਯੂਪੀ ਵਗੈਰਾ ਸਾਰਿਆਂ ਦੇ ਵਿੱਚ ਕੀਤੀ ਜਾਂ ਹੋਰ ਕਿਤੇ ਕੀਤੀ, ਉਸ ਵੇਲੇ ਇੱਕ ਰੌਲਾ ਪਿਆ ਸੀਗਾ EVM ਮਸ਼ੀਨਾਂ 'ਤੇ।
EVM ਮਸ਼ੀਨਾਂ ਦੀ ਭਰੋਸੇਯੋਗਤਾ ਤੇ ਇਤਰਾਜ਼ ਉੱਠੇ ਸੀ। ਸਾਡੀ ਕਾਂਗਰਸ ਪਾਰਟੀ ਵੀ, ਹੋਰ ਪਾਰਟੀਆਂ ਵੀ ਰਾਸ਼ਟਰਪਤੀ ਨੂੰ ਨੈਸ਼ਨਲ ਪੱਧਰ ਤੇ ਮਿਲਣ ਗਈਆਂ ਸੀ। ਮੈਂ ਖੁਦ ਇਤਰਾਜ਼ ਜਤਾਇਆ ਸੀ ਕਿਉਂਕਿ ਮੇਰੇ ਆਪਣੇ ਹਲਕੇ ਦੇ ਵਿੱਚ ਮੇਰੇ ਵੋਟਰਾਂ ਨੇ 10-15 ਥਾਵਾਂ ਤੋਂ ਫੋਨ ਆਏ ਕਿ ਅਸੀਂ ਵੋਟ ਪਾਉਂਦੇ ਹਾਂ ਕਾਂਗਰਸ ਨੂੰ। ਉਹ ਸਾਹਮਣੇ ਫੋਟੋ ਆ ਜਾਂਦੀ ਹੈ, ਉਹ ਆਉਂਦੀ ਹੈ ਪਰਮਿੰਦਰ ਸਿੰਘ ਢੀਂਡਸੇ ਦੀ। ਉੱਥੇ ਰੋਕਿਆ ਗਏ, ਉਹਨਾਂ ਨੇ ਬੰਦ ਕਰਾ ਕੇ ਭਰਤੀ। ਫਿਰ ਅਬਜ਼ਰਵਰ ਆਏ, ਬੁਲਾਏ, ਤੇ ਅਬਜ਼ਰਵਰ ਨੇ ਵੀ ਸਾਹਮਣੇ ਦੇਖਿਆ। ਉਹਨੇ ਕਿਹਾ ਹਾਂ ਇਹ ਮਸ਼ੀਨਾਂ 'ਚ ਕੁਝ ਮਸ਼ੀਨਾਂ ਬਦਲ ਦਿੰਦੇ ਆ। ਹੁਣ 250 ਚੋਂ 5-10 ਮਸ਼ੀਨਾਂ ਬਦਲ ਦਿਓਗੇ, ਇਹਦਾ ਮਤਲਬ ਕਿ ਦੇਅਰ ਵਾਜ਼ ਸਮਥਿੰਗ ਰੋਂਗ। ਔਰ ਅਫਸੋਸ ਇਸ ਗੱਲ ਦਾ ਹੈਗਾ ਕਿ ਸਾਰੀ ਕਾਂਗਰਸ ਸਾਡੀ ਰਾਸ਼ਟਰਪਤੀ ਜੀ ਨੂੰ ਮਿਲ ਰਹੀ ਹੈ। ਉਸ ਵਕਤ ਵੀ ਕੈਪਟਨ ਸਾਹਿਬ ਨੇ ਕਿਹਾ ਜੀ ਮਸ਼ੀਨਾਂ ਠੀਕ ਨੇ। ਉਹੀ ਬੋਲੀ ਜਿਹੜੀ ਮੋਦੀ ਜੀ ਨੇ ਬੋਲੀ, ਉਹਨਾਂ ਨੇ ਕਿਹਾ ਕਿ ਮਸ਼ੀਨਾਂ 'ਚ ਕੋਈ ਗੱਲ ਨਹੀਂ ਹੈ, ਉਹੀ ਕੈਪਟਨ ਸਾਹਿਬ ਨੇ ਬੋਲੀ। ਮੈਂ ਤਾਂ ਕਹਿੰਦੀ ਹਾਂ ਕਿ ਸ਼ਾਇਦ ਉਸ ਵਕਤ ਦੀ ਨਾ ਹੋਵੇ ਮਿਲੀ ਭਗਤ ਕੋਈ, ਉਹ ਵੀ ਇਕੱਠੀ ਕਰਕੇ। ਇੱਕ ਇੰਜੀਨੀਅਰ ਮੋਦੀ ਜੀ ਨੂੰ ਪਤਾ ਸੀ ਅਕਾਲੀ ਦਲ ਆਉਣਾ ਨਹੀਂ, ਉਹ ਅਕਾਲੀ ਦਲ ਦੇ ਨਾਲ ਹੁੰਦਾ ਸੀਗਾ ਤੇ ਆਪ ਨੂੰ ਉਹ ਚਾਹੁੰਦੇ ਨਹੀਂ ਸੀ। ਤੇ ਉੱਥੇ ਇਹੀ ਹੁੰਦਾ ਕਿ ਇੱਕ CM ਰੱਖ ਲਈਏ, ਬਣਾ ਦਿਆਂਗੇ ਇੱਕ CM ਜਿਹੜਾ ਸਾਡੀ ਗਵਾਹੀ ਭਰਦਾ ਰਹੂਗਾ ਕਿ ਠੀਕ ਹੈਗੀਆਂ ਮਸ਼ੀਨਾਂ। ਔਰ ਸਾਡੇ ਗੁਲਾਮ ਨਬੀ ਆਜ਼ਾਦ ਨੇ ਰਾਜ ਸਭਾ ਵਿੱਚ ਫਿਰ ਉਸ ਵੇਲੇ ਕਿਹਾ ਸੀਗਾ ਕਿ ਅਸੀਂ, ਉਹਨਾਂ ਨੇ ਕਿਹਾ ਨਾ ਕਿ ਆਹ ਦੇਖੋ ਤੁਹਾਡਾ CM ਕਹਿੰਦਾ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅਸੀਂ ਆਪਣੇ CM ਤੋਂ ਸਾਡੀ ਸਰਕਾਰ ਤੋੜ ਦਿੰਦੇ ਹਾਂ, ਦੁਬਾਰਾ ਇਲੈਕਸ਼ਨਾਂ ਕਰਾਓ, ਪਰਚੀ ਤੇ ਕਰਾ ਦਿਓ। ਸੋ ਇਸ ਕਰਕੇ ਉਸ ਵਕਤ ਵੀ ਔਰ ਅੱਜ ਵੀ ਜੇ BSF ਨੇ ਕਿਹਾ, ਮੋਦੀ ਜੀ ਨੇ ਕਿ BSF ਠੀਕ ਹੈ, ਫਾਇਦੇਮੰਦ ਹੈ ਕੀਤਾ, ਉਹਨੂੰ ਵੀ ਵੈਲਕਮ ਕੀਤਾ। ਔਰ ਇਹਦੇ ਨਾਲ ਕਿਸਾਨਾਂ ਬਾਰੇ ਵੀ ਤੁਹਾਨੂੰ ਇੰਨੀ ਅੱਜ ਚਿੰਤਾ, ਮੋਦੀ ਜੀ ਨੇ ਕਿਹਾ ਕਿਸਾਨ ਖਾਲੀ ਕਰ ਦੇਣ, ਬਾਰਡਰ ਵਾਪਸ ਜਾਣ, ਉਹੀ ਕੈਪਟਨ ਸਾਹਿਬ ਨੇ ਕਿਹਾ ਖਾਲੀ ਕਰੋ, ਆਪਣੇ ਬੱਚਿਆਂ 'ਚ ਜਾਓ। ਇਸ ਤੁਹਾਨੂੰ ਸਾਲ ਬਾਅਦ ਬੱਚਿਆਂ 'ਚ ਭੇਜਣਾ ਜ਼ਿਆਦਾ ਆ। ਸੋ ਇਹ ਬੜੀਆਂ ਅਫਸੋਸਨਾਕ ਚੀਜ਼ਾਂ ਹੈਗੀਆਂ। ਅੱਜ ਲੋਕ ਬੜੇ ਸਮਝਦੇ ਆ ਕੀ ਮਜਬੂਰੀਆਂ ਸਾਨੂੰ ਨਹੀਂ ਪਤਾ ਉਹਨਾਂ ਦੀਆਂ, ਕਿਉਂ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈਗੀ ਹੈ। ਕਿਉਂਕਿ ਕੈਪਟਨ ਸਾਹਿਬ ਤਾਂ ਵੱਧ ਅਧਿਕਾਰਾਂ ਦੇ ਮਦਈ ਰਹੇ ਸੀ ਔਰ ਉਹ ਮਦਈ ਰਹਿਣ ਵਾਲਾ ਇਨਸਾਨ ਅੱਜ ਯੂ ਟਰਨ ਬਦਲ ਕੇ ਕਿ ਸਾਡਾ 50-50 ਦੇ ਨਾਲ ਨਿੱਕਾ ਜਿਹਾ ਪੰਜਾਬ ਰਹਿ ਗਿਆ ਅਕਾਲੀ ਦਲ ਦੀ ਬਦੌਲਤ। ਤੇ ਉਹ ਨਿੱਕੇ ਜਿਹੇ ਪੰਜਾਬ ਨੂੰ ਵੀ 50-50 ਕਿਲੋਮੀਟਰ ਤੱਕ ਸਾਡੇ 3-4 ਬਾਰਡਰਾਂ ਤੋਂ ਜਾ ਸਾਡੇ ਪੱਲੇ ਰਹਿ ਕੀ ਗਿਆ। ਸੋ ਇਸ ਕਰਕੇ ਸੂਬਾ ਹੀ ਇਸ ਤਾਂ ਫੌਜ ਦੇ ਹਵਾਲੇ ਕਰਤਾ। ਫੌਜ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ, ਮੋਦੀ BJP ਦੇ ਅੰਡਰ ਹੈਗੀ ਹੈ। ਕੰਗਣਾ ਰਣੌਤ ਵੱਲੋਂ ਟਵੀਟ ਕੀਤਾ ਗਿਆ ਸਿੱਖਾਂ ਨੂੰ ਸੀੜੀਆਂ ਦੇ ਤਰ੍ਹਾਂ ਕੁਚਲ ਦਾਂਗੇ, ਇਸ ਤਰ੍ਹਾਂ ਦਾ ਟਵੀਟ ਕੀਤਾ ਤੁਸੀਂ ਜਾਣਦੇ? ਮੈਂ ਕਦੇ ਇਸ ਤਰ੍ਹਾਂ ਦੀ ਗੈਰ ਜ਼ਿੰਮੇਵਾਰ ਵਿਅਕਤੀ ਚਾਹੇ ਕੰਗਣਾ ਹੋਵੇ ਕੋਈ, ਉਹਦਾ ਮੈਂ ਜਵਾਬ ਦੇਣਾ ਵਾਜਬ ਨਹੀਂ ਸਮਝਦੀ। ਸਾਰੀ ਦੁਨੀਆ ਜਾਣਦੀ ਹੈ, ਸਾਰੀ ਦੁਨੀਆ ਨੂੰ ਜਵਾਬ ਦਿੰਦੇ ਹੈਗੇ ਨੇ। ਉਹ ਸੁਬਾਹ ਕੀ ਬੋਲੀ ਬੋਲਦੇ, ਸ਼ਾਮ ਨੂੰ ਕੀ ਬੋਲਦੇ, ਦੁਪਹਿਰ ਨੂੰ ਕੀ ਬੋਲਦੇ, ਉਹਦੇ ਤੇ ਕੋਈ ਰਿਲਾਇਬਿਲਟੀ ਨਹੀਂ। BJP ਦੇ ਸ਼ਹਿਰ ਤੇ ਸਭ ਕੁਝ ਚਲੋ ਇਹ ਤਾਂ ਸਭ ਨੂੰ ਸਾਹਮਣੇ ਪ੍ਰਤੱਖ ਹੀ ਹੈਗਾ, ਇਹ ਤੇ ਕੋਈ ਲੁਕੀ ਛਿਪੀ ਗੱਲ ਹੀ ਨਹੀਂ ਕਿ ਜਿੱਥੇ ਠੀਕ ਬੋਲਦਾ ਉੱਥੇ। ਅੱਜ ਕੱਲ੍ਹ ਮੈਂ ਸਮਝਦੀ ਹਾਂ ਕਿ ਥੋੜੀ ਇੰਨੀ ਸਾਡੀ ਸੋਚ ਵਿੱਚ ਗਿਰਾਵਟ ਆ ਗਈ ਹੈ ਕਿ ਜੋ ਸੂਟ ਕਰਦਾ ਬੰਦਾ ਉਸ ਤਰ੍ਹਾਂ ਦੀ ਗੱਲ ਹੀ ਕਰਦਾ ਹੈ। ਜੀ ਲਾਸਟ ਸਵਾਲ ਆ, ਆਮ ਆਦਮੀ ਪਾਰਟੀ ਦਾ ਭਵਿੱਖ ਕਿਵੇਂ ਦੇਖਦੇ ਹੋ? ਦੇਖੋ ਆਮ ਆਦਮੀ ਪਾਰਟੀ ਦਾ ਇੱਕ ਵਕਤ ਕਾਫੀ ਉੱਪਰ ਆਇਆ ਸੀਗਾ ਦੌਰ, ਸ਼ਾਮਲ ਹੋਏ ਸੀ, ਕਈ ਬੰਦੇ ਹੋਏ ਸੀ, ਲੇਕਿਨ ਹੁਣ ਦੂਜੇ ਪਾਸੇ ਸ਼ਾਮਲ ਹੋਣ ਦੀ ਬਜਾਏ ਛੱਡ ਕੇ ਜਾਣ ਵਾਲੇ ਲਾਈਨ ਲੱਗੀ ਹੋਈ ਹੈ। ਤੇ ਸ਼ਾਇਦ ਪਤਾ ਨਹੀਂ ਇਹ ਕੀ ਕਾਰਨ ਹੈਗਾ, ਕੁਝ ਸਮੇਂ ਤੋਂ ਇਹਦਾ ਜਿਹੜਾ ਹੈਗਾ ਡਾਊਨ ਆ ਰਿਹਾ ਹੈਗਾ। ਸਾਡੀ ਕਾਂਗਰਸ ਪਾਰਟੀ ਜਿਹੜੇ ਚੰਨੀ ਜੀ ਜਿਹਦੇ ਬਣੇ ਹੈ, ਐਸ ਕਾਂਗਰਸ ਪਾਰਟੀ ਜਿਹੜੀ ਵੀ ਹੁਣ ਦੁਬਾਰਾ ਬਣੀ ਹੈਗੀ ਸਰਕਾਰ, ਇਹਦੀ ਭਰੋਸੇਯੋਗਤਾ ਵਧੀ ਹੈ, ਲੋਕਾਂ ਦਾ ਵਿਸ਼ਵਾਸ ਵਧਿਆ ਔਰ ਲੋਕਾਂ ਚਾਰੇ ਪਾਸੇ ਅੱਜ ਕਹਿ ਰਹੇ ਆ ਕਿ ਚੰਨੀ ਸਰਕਾਰ ਚੰਨੀ ਹੋ ਰਹੀ ਹੈਗੀ ਹੈ। ਕਿਉਂਕਿ ਇਸ ਕਰਕੇ ਨਹੀਂ ਕਿ ਚੰਨੀ ਨਾਲ ਕੋਈ ਹੈ ਪਿਆਰ, ਜੋ ਉਹਨਾਂ ਨੇ 5-7 ਥੋੜ੍ਹੇ ਜਿਹੇ ਸਮਿਆਂ ਦੇ ਵਿੱਚ ਫੈਸਲੇ ਲਏ ਨੇ ਉਹ ਲੋਕ ਹਿੱਤ 'ਤੇ ਲਏ ਹੈ। ਚਾਹੇ ਕਿਸਾਨੀਆਂ ਮਾਮਲਿਆਂ ਦੇ ਵਿੱਚ 17 ਚੋਂ 16 ਪਾਸ ਕੀਤੇ, ਚਾਹੇ ਉਹ ਪਾਣੀ ਦਾ ਥੱਲੇ ਇੱਕੋ ਹੀ ਲੈਵਲ ਰੱਖਿਆ ਕਿ 50 ਰੁਪਏ ਲਵਾਂਗੇ, ਚਾਹੇ ਸਭ ਤੋਂ ਘੱਟ ਉਹਨਾਂ ਨੇ ਬਿਜਲੀ ਦਾ ਇੱਥੇ ਕਰਕੇ ਦਿਖਾਇਆ। ਬਾਕੀ ਤਾਂ ਜੇ ਚਾਹੇ ਆਪਣਾ ਆਮ ਹੈ ਚਾਹੇ ਕੋਈ, ਤਾਂ ਨਾਰਾ ਹੀ ਦਿੰਦੇ ਆ ਨਾ, ਕਰਾਂਗੇ 300 ਯੂਨਿਟ 200 ਯੂਨਿਟ ਘਟਾਵਾਂਗੇ, ਇੱਥੇ ਕਰਤਾ। ਸੁਖਬੀਰ ਬਾਦਲ ਕਰ ਲੈਂਦਾ ਚੋਣ ਸਟੰਟ। ਇਹਨਾਂ ਨੂੰ ਜਿਵੇਂ ਕਹਿੰਦੇ ਨਾ ਸੌਣ ਦੇ ਇਹਨੂੰ ਹਰਾ ਹਰਾ ਦਿਸਦਾ, ਇਹਨਾਂ ਨੂੰ ਹੁਣ ਕਾਂਗਰਸ ਪਾਰਟੀ ਚੜ੍ਹਤ ਦੇਖ ਕੇ, ਆਪਦੀ ਹਾਰ ਦੇਖ ਕੇ ਇਹਨਾਂ ਨੂੰ ਹੁਣ ਇਹ ਸਾਰਾ ਹੀ ਲੱਗਦਾ ਕਿ ਸਟੰਟ ਹੈ। ਤੁਸੀਂ ਕਿਹੜੇ ਸਟੰਟ ਕਰਦੇ ਹੋ ਤੁਹਾਨੂੰ ਪਤਾ ਹੀ ਨਹੀਂ। ਕੋਈ ਦੇਵ ਡੋਬਤਾ, ਪੰਜਾਬ ਡੋਬਤਾ, ਨਿੱਕਾ ਜਿਹਾ ਪੰਜਾਬੀ ਸੂਬਾ ਬਣਾਤਾ, ਸਾਰਾ ਕੁਝ ਸਾਡਾ ਤੁਸੀਂ ਬਰਬਾਦ ਕਰਕੇ ਇੱਥੇ ਕੈਲੀਫੋਰਨੀਆ ਬਣਾਓ, ਕਿੱਥੇ ਕੈਲੀਫੋਰਨੀਆ। ਇਸ ਕਰਕੇ ਇਹ ਜਿਹੜੇ ਹੈਗੇ ਨੇ ਬੋਲਣ ਵਾਲੇ, ਇਹ ਮੈਂ ਨਾ ਮਾਨੂ ਪਾਰਟੀ ਹੈ, ਇਹਨਾਂ ਨੂੰ ਕੋਈ ਵਿਸ਼ਵਾਸ ਨਹੀਂ ਹੈ। ਲੋਕ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਸਰਕਾਰ ਦੁਆਰਾ ਬਣਾਉਣ ਲਈ ਕਾਹਲੇ ਹੈਗੇ। ਪਹਿਲੇ ਉਹ ਅੰਦਰ ਜਿਹੜੇ ਸਮੂਹ ਮੁੱਖ ਮੰਤਰੀ ਬਾਹਰ ਹੀ ਰਹਿੰਦਾ, ਉਹ ਹੁਣ ਅੰਦਰ ਘਰ 'ਚ ਬਣਦਾ ਸੌਦਾ ਹੀ ਨਹੀਂ ਵਿਚਾਰਾ, ਕਿਉਂਕਿ ਆਮ ਘਰਾਂ 'ਚ ਉੱਠਿਆ ਹੋਇਆ। ਆਪਣੇ ਵਰਗੇ ਸਾਡੇ ਵਰਗਿਆਂ ਘਰਾਂ ਨਾਲ ਉੱਠੇ ਹੋਏ ਨੇ, ਹਰ ਪਿੰਡੇ ਤੇ ਵੀ ਹੁੰਦਾ ਆਇਆ ਹੁੰਦਾ, ਉਹਨੂੰ ਤੜਪ ਹੁੰਦੀ ਹੈ ਕੋਈ ਉਸ ਤਰ੍ਹਾਂ ਦੀ ਮੈਨੂੰ